फिर जावे तां जावे साडा सिक्खी सिदक ना जावे, फिर जावे तां जावे साडा सिक्खी सिदक ना जावे। ਅੱਜ ਦੇ ਦਿਨ ਸਭ ਤੋਂ ਵੱਡਾ ਜੋੜ ਮੇਲਾ ਭਾਵੇਂ ਸਭ ਥਾਵਾਂ ਤੇ ਜਿੱਥੇ ਵੀ ਗੁਰੂ ਕੇ ਸਿੱਖ ਵਸਦੇ ਹਨ, ਦੇਸ਼ਾਂ ਵਿੱਚ ਪ੍ਰਦੇਸ਼ਾਂ ਵਿੱਚ ਸਾਰੀ ਦੁਨੀਆ ਵਿੱਚ ਜਿੱਥੇ ਸਤਿਗੁਰੂ ਨਾਨਕ ਸਾਹਿਬ ਗੁਰੂ ਕਲਗੀਆਂ ਵਾਲੇ ਦੇ ਸਿੰਘ ਹਨ, ਸਭ ਥਾਵਾਂ ਤੇ ਅੱਜ ਇਹ ਸੰਗਰਾਂਦ ਮਨਾਈ ਜਾ ਰਹੀ ਹੈ। ਪਰ ਖਾਸ ਕਰਕੇ ਅੱਜ ਦਾ ਇਹ ਪਵਿੱਤਰ ਦਿਹਾੜਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਬੜੀ ਸ਼ਾਨ ਦੇ ਨਾਲ ਮਨਾਇਆ ਜਾ ਰਿਹਾ ਹੈ। ਤਕਰੀਬਨ ਅੱਜ ਮੁਖੀ ਜੋ ਪੰਥ ਦੇ ਲੀਡਰ ਹਨ ਔਰ ਲੱਖਾਂ ਦੀ ਗਿਣਤੀ ਵਿੱਚ ਅੱਜ ਗੁਰੂ ਕਾ ਖਾਲਸਾ ਸ੍ਰੀ ਮੁਕਤਸਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਅੱਜ ਮੁਕਤ ਹੋ ਰਹੇ ਹਨ। ਅੱਜ ਦਾ ਜਿਹੜਾ ਦਿਹਾੜਾ ਹੈ, ਭਾਵੇਂ ਅੱਜ ਦੇ ਦਿਨ ਮੁਕਤਸਰ ਸਾਹਿਬ ਦਾ ਜੰਗ ਨਹੀਂ ਸੀ ਹੋਇਆ, ਉਹ ਜੰਗ ਵਿਸਾਖ ਦੀ 14 ਨੂੰ 1762 ਬਿਕਰਮੀ ਨੂੰ ਜੰਗ ਹੋਇਆ ਸੀ, ਜਿਸ ਦੇ ਵਿੱਚ 40 ਮੁਕਤੇ ਸ਼ਹੀਦ ਹੋਏ ਸਨ ਔਰ ਜਿਨ੍ਹਾਂ ਨੇ ਟੁੱਟੀ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਪਾਸੋਂ ਗੰਢਾਈ ਸੀ। ਪਰ ਵਿਸਾਖ ਦੇ ਵਿੱਚ ਅਤਿਅੰਤ ਉੱਥੇ ਪਾਣੀ ਦੀ ਕਿੱਲਤ ਹੋਣ ਦਾ ਕਾਰਨ, ਬਹੁਤੀ ਗਰਮੀ ਦਾ ਕਾਰਨ, ਸੋ ਸਾਰੇ ਖਾਲਸੇ ਨੇ ਇਕੱਠੇ ਹੋ ਕੇ ਸਤਿਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਅਰਦਾਸ ਕਰਕੇ ਸੋ ਇਹ ਪ੍ਰੋਗਰਾਮ ਬਣਾ ਲਿਆ ਸੀ ਕਿ ਜੋ ਉਹ ਸ਼ਹੀਦਾਂ ਦਾ ਦਿਹਾੜਾ ਹੈ ਉਹ ਪਹਿਲੀ ਮਾਘ ਵਾਲੇ ਦਿਨ ਇੱਥੇ ਮਨਾਇਆ ਜਾਇਆ ਕਰੇ, ਮਾਘੀ ਵਾਲੇ ਦਿਨ ਇੱਥੇ ਇਸ਼ਨਾਨ ਕੀਤਾ ਜਾਵੇ। ਸੋ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਗੁਰੂ ਕੀ ਪਿਆਰੀਆਂ ਸੰਗਤਾਂ ਆ ਕੇ ਇਸ਼ਨਾਨ ਕਰਕੇ ਸਰੋਵਰ ਦੇ ਵਿੱਚ ਗੁਰੂ ਕੇ ਅੰਮ੍ਰਿਤ ਛਕ ਕੇ ਰਹਿਤ ਮਰਜ਼ਾਦਾ ਪ੍ਰਪੱਕ ਹੋ ਕੇ ਆਪਣੀਆਂ ਟੁੱਟੀਆਂ ਹੋਈਆਂ ਲਿਵਾਂ ਸਭ ਜੁੜਾ ਰਹੇ ਹਨ, ਗੰਢਾ ਰਹੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸੋਂ। ਸੋ ਖਾਲਸਾ ਜੀ, ਇਹ ਜੰਗ ਕਿਵੇਂ ਹੋਇਆ ਸੀ, ਕਾਰਨ ਕੀ ਸੀ? ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਪਹਾੜੀਆਂ ਦੇ ਨਾਲ ਜੰਗ ਹੋਣ ਲੱਗਾ ਸੀ, ਉਸ ਮੌਕੇ ਤੇ 22 ਧਾਰ ਦੇ ਪਹਾੜੀ ਰਾਜਿਆਂ ਨੇ ਖਿਆਲ ਕੀਤਾ ਕਿ ਆਪਾਂ ਹੋਰ ਤਰੀਕੇ ਨਾਲ ਨਹੀਂ ਜਿੱਤ ਸਕਦੇ। ਜਸਵਾਲੀਆਂ ਨੇ ਇੱਕ ਐਸਾ ਹਾਥੀ ਤਿਆਰ ਕੀਤਾ ਜਿਸ ਨੂੰ ਬੜੀ ਸ਼ਰਾਬ ਪਿਆਈ, ਮੱਥੇ ਦੇ ਵਿੱਚ 7 ਤਵੇ ਬੰਦੇ ਸਨ ਔਰ ਉਹਨੂੰ ਸ਼ਰਾਬ ਪਿਆ ਕੇ ਉਹਦੇ ਮੂੰਹ ਵਿੱਚ ਦੁਧਾਰਾ ਖੰਡਾ ਫੜਾਇਆ ਸੀ। ਮਗਰ ਫੌਜ ਲੱਗੀ ਸੀ 3 ਲੱਖ ਕਿ ਲੋਹਗੜ੍ਹ ਦਾ ਜਿਹੜਾ ਦਰਵਾਜ਼ਾ ਇਹਨੂੰ ਹਾਥੀ ਤੋੜੇਗਾ ਤੇ ਮਗਰੋਂ ਅਸੀਂ ਹਮਲਾ ਕਰਕੇ ਜਿੱਤ ਪ੍ਰਾਪਤ ਕਰਾਂਗੇ। ਜਦੋਂ ਉਹਨਾਂ ਨੇ ਉਧਰ ਤਿਆਰੀ ਕੀਤੀ, ਖਾਲਸੇ ਨੂੰ ਪਤਾ ਲੱਗਾ, ਗੁਰੂ ਕੇ ਚਰਨਾਂ ਵਿੱਚ ਬੇਨਤੀ ਹੋਈ, ਸੱਚੇ ਪਾਤਸ਼ਾਹ ਜੀ ਕਿਵੇਂ ਮੁਕਾਬਲਾ ਕਰਾਂਗੇ? ਦੁਨੀ ਚੰਦ ਭਾਈ ਸਾਲੋ ਦਾ ਪੋਤਰਾ ਸੀ। ਭਾਈ ਸਾਲੋ ਸਤਿਗੁਰੂ ਰਾਮਦਾਸ ਜੀ ਦਾ ਬੜਾ ਆਨੰਦ ਸੇਵਕ ਸੀ। ਸਤਿਗੁਰੂ ਜੀ ਨੇ ਕਿਹਾ ਹੋਇਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਕੋਤਵਾਲ ਹੈ ਭਾਈ ਸਾਲੋ ਜੀ, ਕੋਈ ਮਾਮੂਲੀ ਸਿੱਖ ਨਹੀਂ ਸੀ। ਸੋ ਉਸ ਦਾ ਇਹ ਪੋਤਰਾ ਸੀ ਖਾਲਸਾ ਜੀ ਦੁਨੀ ਚੰਦ, ਹਾਲੇ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ। ਦੁਨੀ ਚੰਦ ਉਸ ਦਾ ਨਾਮ ਸੀ। ਬੜੇ ਮੋਟੇ ਕੱਦ ਦਾ, ਬੜਾ ਲੰਮਾ ਉਸ ਦਾ ਸਰੀਰ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਗੁਰੂ ਘਰ ਦਾ ਸ਼ੇਰ, ਇਹ ਦੁਨੀ ਚੰਦ ਮੁਕਾਬਲਾ ਕਰੇਗਾ। ਪਰ ਦੁਨੀ ਚੰਦ ਬੇਅਮਰਤੀਆ ਹੋਣ ਦਾ ਕਾਰਨ ਸੋ ਬਹੁਤੇ ਮਸੰਦੀ ਪੁਣੇ ਚ ਫਸਿਆ ਹੋਇਆ ਸੀ। ਖੁਰਾਕਾਂ ਖਾ ਕੇ ਸਿਮਰਨ ਭਜਨ ਨਾ ਕਰਨਾ, ਕੜਾਹ ਖਾ ਕੇ ਵਿਹਲਾ ਬਹਿ ਰਹਿਣ ਵਾਲਾ, ਬੜਾ ਇਹਦਾ ਚਿੱਤ ਕਮਜ਼ੋਰ ਵੇਖ ਕੇ ਡਰ ਗਿਆ ਗੱਲ ਸੁਣ ਕੇ ਕਿ ਹਾਥੀ ਦਾ ਮੁਕਾਬਲਾ ਕੌਣ ਕਰੇਗਾ। ਆਪਣੇ ਨਾਲ 200 ਸਿੱਖ ਨੂੰ ਹੋਰ ਨਾਲ ਲੈ ਕੇ ਇਹ ਰਾਤ ਕਿਲੇ ਦੀ ਕੰਧ ਟੱਪ ਕੇ ਇਹ ਚਲਾ ਗਿਆ ਸੀ। ਸੋ ਜਦੋਂ ਇਹ ਕੰਧ ਟੱਪਣ ਲੱਗਿਆ, ਰੱਸਾ ਟੁੱਟਾ ਸੀ, ਇਹਦੀ ਲੱਤ ਜਦੋਂ ਥੱਲੇ ਵੱਜੀ ਇਹਦੀ ਲੱਤ ਟੁੱਟ ਗਈ ਸੀ। ਇੱਥੋਂ ਮੰਜੇ ਤੇ ਪਾ ਕੇ ਇਹਨੂੰ ਅੰਮ੍ਰਿਤਸਰ ਸਾਹਿਬ ਲਗਾਇਆ। ਉੱਥੇ ਜਾਂਦਿਆਂ ਸਾਰ ਸੱਪ ਲੜ ਕਰਕੇ ਇਹ ਮਰ ਗਿਆ ਸੀ। ਇਹਦੀ ਇਹ ਹਾਲਤ ਹੋਈ ਸੀ। ਇਹਦਾ ਜਿਹੜਾ ਕਲੰਕ ਸੀ, ਇਹਨਾਂ ਦੇ ਜਿਹੜੇ ਖਾਲਸਾ ਜੀ ਪੋਤਰੇ ਸਨ ਅੱਗੇ ਲਾਹੌਰਾ ਸਿੰਘ ਤੇ ਪਸ਼ੌਰਾ ਸਿੰਘ, ਉਹਨਾਂ ਨੇ ਅੰਮ੍ਰਿਤ ਛਕਿਆ ਸੀ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਪਾਸੋਂ। ਸੋ ਉਹਨਾਂ ਨੇ ਆ ਕੇ ਅਨੰਦਪੁਰ ਸਾਹਿਬ ਦੇ ਵਿੱਚ ਫਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕਰਕੇ ਆਪਣੀ ਕੁਰਬਾਨੀ ਦੇ ਕੇ ਉਹ ਆਪਣਾ ਜਿਹੜਾ ਇਹ ਦੁਨੀ ਚੰਦ ਸੀ ਵਡੇਰਾ, ਇਹਦੇ ਕਲੰਕ ਨੂੰ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਧੋਤਾ ਸੀ। ਇਹ ਸੂਰਜ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ ਦੀ ਖਾਲਸਾ ਤਵਾਰੀਖ ਜਿੰਨੇ ਵੀ ਗ੍ਰੰਥ ਹਨ ਉਹਨਾਂ ਦੇ ਵਿੱਚ ਇਹ ਗਵਾਹੀ ਹੈ, ਪੜ੍ਹ ਲਓ। ਸੋ ਜਿਹੜੇ 200 ਸਿੱਖ ਨਾਲ ਗਿਆ ਸੀ ਉਹ ਜਦੋਂ ਘਰਾਂ ਵਿੱਚ ਗਏ, ਉਹਨਾਂ ਨੂੰ ਬੜੀਆਂ ਭਾਰੀ ਲਾਹਨਤਾਂ ਪਈਆਂ ਸਨ ਕਿ ਤੁਸੀਂ ਕਿਉਂ ਗੁਰੂ ਘਰ ਵਿੱਚੋਂ ਨੱਸ ਕੇ ਆਏ ਹੋ, ਕੀ ਕਾਰਨ ਹੈ, ਕਿਉਂ ਬੇਮੁਖ ਹੋਏ?
ਉਹਨਾਂ ਦੇ ਬਾਰੇ ਮਾਵਾਂ ਨੇ ਉਹਨਾਂ ਨੂੰ ਲਾਹਨਤਾਂ ਪਾਈਆਂ, ਉਹਨਾਂ ਦੀ ਘਰ ਵਾਲੀਆਂ ਨੇ ਲਾਹਨਤਾਂ ਪਾਈਆਂ, ਭੈਣਾਂ ਨੇ ਲਾਹਨਤਾਂ ਪਾਈਆਂ, ਭਰਾਵਾਂ ਨੇ ਬੜਾ ਭਾਰੀ ਫਿਟਕਾਰਿਆ। ਉਹ ਲੋਕ ਦੁਖੀ ਸਨ ਬੜੇ ਭਾਰੀ। ਉਹ 200 ਸਿੱਖ ਜਿਹੜਾ ਸੀ ਉਹ ਬੇਮੁਖ ਹੋ ਕੇ ਇੱਥੋਂ ਦੌੜਿਆ ਸੀ। ਇਹ ਜਿਹੜੇ 40 ਸਿੰਘ ਹਨ ਜਿਹੜੇ ਮੁਕਤ ਹੋਏ ਹਨ ਇੱਥੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ, ਇਹ ਉਹ ਅਨੰਦਪੁਰ ਸਾਹਿਬ ਵਾਲੇ ਇਹ ਸਿੱਖ ਨਹੀਂ ਸਨ। ਅਨੰਦਪੁਰ ਸਾਹਿਬ ਦੇ ਵਿੱਚ 700 ਸਿੰਘ ਸੀ। ਸੋ ਜਿਸ ਮੌਕੇ ਤੇ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸੀ 8 ਦਿਨ ਜੇ ਹੋਰ ਠਹਿਰੋ ਤਾਂ ਰਾਜ ਭਾਗ ਦਿਵਾਵਾਂਗੇ, ਪਰ 8 ਮਹੀਨਿਆਂ ਦੀ ਭੁੱਖ ਦੇ ਸਤਾਏ ਹੋਏ ਸਿੰਘਾਂ ਸਾਰਿਆਂ ਨੇ ਲਿਖ ਦਿੱਤਾ ਸੀ। ਉਹਦੇ ਵਿੱਚ ਕੇਵਲ ਮਝੈਲ ਨਹੀਂ ਸਨ। ਸੋ ਸਾਰਿਆਂ ਨੇ ਉੱਥੇ ਲਿਖ ਕੇ ਦਿੱਤਾ ਸੀ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਇੱਥੇ ਰਹਿਣਾ ਬੜਾ ਮੁਸ਼ਕਲ ਹੈ। ਸੂਰਜ ਪ੍ਰਕਾਸ਼ ਦੀ ਇਹ ਗਵਾਹੀ ਹੈ, ਸਾਰੇ ਗ੍ਰੰਥਾਂ ਦੀ ਇਹ ਗਵਾਹੀ ਹੈ। ਸੱਚੇ ਪਾਤਸ਼ਾਹ ਨੇ ਕਿ ਤੁਹਾਡੀ ਮੌਜ ਹੈ, ਚੰਗਾ 8 ਅੰਦਰਾਂ ਦੇ ਵਿੱਚ ਹੀ ਕੁਰਬਾਨ ਹੋਵੋਗੇ। ਉਹ ਠੀਕ 5 ਪੋਹ ਤੋਂ ਲੈ ਕੇ 13 ਪੋਹ ਤੱਕ ਸਾਰਾ ਖਾਲਸਾ ਸਰਸਾ ਨਦੀ ਦੇ ਕਿਨਾਰੇ ਤੇ ਆਉਂਦਿਆਂ ਤੱਕ ਕੇਵਲ 40 ਸਿੰਘ ਬਚੇ ਸਨ, ਸਭ ਸ਼ਹੀਦ ਹੋ ਗਏ ਸਨ। ਬਾਕੀ ਦੇ ਉਹ 40 ਚਮਕੌਰ ਸਾਹਿਬ ਦੇ ਵਿੱਚ ਜਾ ਕੇ ਸ਼ਹੀਦ ਹੋ ਗਏ ਸਨ। 37 ਇਹਨਾਂ ਸਿੰਘਾਂ ਨੂੰ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਬਚਾ ਲਿਆ ਸੀ। ਉਹਨਾਂ ਵਿੱਚ ਬਾਬਾ ਦਇਆ ਸਿੰਘ, ਬਾਬਾ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਸਨ। ਇਹਨਾਂ ਤਿੰਨਾਂ ਨੂੰ ਆਗਿਆ ਕੀਤੀ ਤੇ ਆਪ ਤਾੜੀ ਮਾਰ ਕੇ ਚਮਕੌਰ ਸਾਹਿਬ ਤੋਂ ਸੱਚੇ ਪਾਤਸ਼ਾਹ ਜੀ ਨਿਕਲੇ। ਮਾਛੂਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਗੇ ਜਦੋਂ ਚੱਲੇ ਹਨ ਕਨੇਸ਼ ਨਗਰ, ਆਲਮਗੀਰ, ਫਿਰ ਰਾਏਕੋਟ, ਰਾਜੂਆਣਾ ਆਦਿਕ ਹੇਰਾਂ ਤੋਂ ਹੁੰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਦੀਨੇ ਕਾਂਗੜ ਪਹੁੰਚੇ, ਉੱਥੇ ਜਾ ਕੇ ਜ਼ਫਰਨਾਮਾ ਸੱਚੇ ਪਾਤਸ਼ਾਹ ਜੀ ਨੇ ਲਿਖਿਆ। ਉੱਥੋਂ ਚੱਲਦੇ ਹੋਏ ਅੱਗੇ ਕਪੂਰੇ ਦੇ ਪਾਸ ਆਏ, ਉਹਨੂੰ ਕਿਹਾ ਸਾਨੂੰ ਕਿਲਾ ਦੇ। ਉਹਨੇ ਉਹ ਕੋਟ ਦੇਣੋਂ ਇਨਕਾਰ ਕੀਤਾ ਸੀ, ਕਹਿੰਦਾ ਜੀ ਮੈਨੂੰ ਤੁਰਕ ਨਾ ਮਾਰਦੇ ਹੋਣ। ਸੱਚੇ ਪਾਤਸ਼ਾਹ ਨੇ ਕਿਹਾ ਚੰਗਾ, ਜਿਹੜੀ ਮੌਤ ਤੋਂ ਡਰਦਾ ਤੁਰਕ ਤੈਨੂੰ ਫਾਹੀ ਪਾ ਕੇ ਮਾਰਨਗੇ ਔਰ ਤੇਰੇ ਖੇਹ ਦਾ ਤੋਬਰਾ ਵੀ ਨਾਲ ਚੜੇਗਾ। ਉਹ ਇਸੇ ਤਰ੍ਹਾਂ ਹੀ ਬਚਨ ਹੋਇਆ ਸੀ। ਜਿਹੜਾ ਈਸੇ ਖਾਨ ਜੀ ਦਾ ਕੋਟ ਹੈ, ਉਹਨੇ ਈਸੇ ਖਾਨ ਨੇ ਕਪੂਰੇ ਨੂੰ ਉਸੇ ਤਰ੍ਹਾਂ ਮਾਰਿਆ। ਜਦੋਂ ਫਾਂਸੀ ਦੇਣ ਲੱਗਾ ਉਹ ਕਹਿਣ ਲੱਗਾ ਮੇਰੇ ਕਲਗੀਧਰ ਪਿਤਾ ਦੇ ਬਚਨ ਨੇ, ਉਹ ਸਾਰੇ ਪੂਰੇ ਕਰੋ, ਮੈਨੂੰ ਹੁਣ ਤੁਸੀਂ ਫਾਂਸੀ ਤਾਂ ਲਾਉਣ ਲੱਗੇ ਹੋ। ਮਹਾਰਾਜ ਦੇ ਬਚਨ ਸਨ ਖੇਹ ਦਾ ਤੋਬਰਾ ਵੀ ਤੈਨੂੰ ਚੜੇਗਾ, ਉਹ ਤੋਬਰਾ ਵੀ ਮੈਨੂੰ ਚੜਾ ਦਿਓ। ਉਹਦੇ ਮੂੰਹ ਤੇ ਉਹ ਖੇਹ ਦਾ ਤੋਬਰਾ ਵੀ ਚੜਾਇਆ ਗਿਆ ਸੀ ਤੇ ਕਪੂਰਾ ਇੱਥੇ ਮਰਿਆ ਸੀ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਗੇ ਜਾ ਰਹੇ ਹਨ। ਆਰਾਮਿਆਣਾ ਨਗਰ ਹੈ ਖਾਲਸਾ ਜੀ, 14 ਮੀਲ ਸ੍ਰੀ ਮੁਕਤਸਰ ਸਾਹਿਬ ਤੋਂ ਦੂਰ ਹੈ। ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਉੱਥੇ ਮਾਝੇ ਦੀਆਂ ਪੰਚਾਇਤਾਂ, ਲਾਹੌਰ ਦੀਆਂ ਪੰਚਾਇਤਾਂ ਉੱਥੇ ਪਹੁੰਚੀਆਂ ਸਨ। ਉਹਨਾਂ ਦੇ ਨਾਲ ਪ੍ਰੇਮੀ ਸਿੰਘ ਵੀ ਦਰਸ਼ਨ ਕਰਨ ਵਾਸਤੇ, ਭਾਈ ਮਹਾਂ ਸਿੰਘ ਵਰਗੇ ਪ੍ਰੇਮੀ ਤੇ ਮਾਈ ਭਾਗ ਕੌਰ ਵਰਗੀਆਂ ਮਾਈਆਂ ਵੀ ਨਾਲ ਗਈਆਂ ਸਨ ਸਿੱਖਣਾ। ਉੱਥੇ ਜਦੋਂ ਇਹ ਮਾਝੇ ਦੀ ਪੰਚਾਇਤਾਂ ਪਹੁੰਚੀਆਂ, ਇਹਨਾਂ ਨੂੰ ਜਾ ਕੇ ਕਲਗੀਧਰ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ। ਕਹਿੰਦੇ ਮਹਾਰਾਜ ਆਪ ਸਾਡੀ ਬੇਨਤੀ ਪ੍ਰਵਾਨ ਕਰੋ, ਔਰੰਗਜ਼ੇਬ ਦੇ ਨਾਲ ਸੁਲ੍ਹਾ ਕਰ ਲੈਣੀ ਚਾਹੀਦੀ ਹੈ। ਦੇਖ ਲਓ ਚਾਰੇ ਸਾਹਿਬਜ਼ਾਦੇ ਕੁਰਬਾਨ ਹੋ ਗਏ, ਅਨੰਦਪੁਰ ਸਾਹਿਬ ਤੁਹਾਡੇ ਪਾਸ ਨਹੀਂ ਰਿਹਾ, ਬੜੀਆਂ ਬਿਪਤਾ ਹਨ, ਦੁੱਖ ਹੈ। ਇਸ ਵਾਸਤੇ ਔਰੰਗਜ਼ੇਬ ਦੇ ਨਾਲ ਹੁਣ ਤੁਹਾਨੂੰ ਸੁਲ੍ਹਾ ਕਰ ਲੈਣੀ ਚਾਹੀਦੀ ਹੈ। ਮਹਾਰਾਜ ਕਹਿਣ ਲੱਗੇ ਕਿਧਰੋਂ ਆਏ ਤੁਸੀਂ ਸੁਲ੍ਹਾ ਕਰਾਉਣ ਵਾਲੇ? ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੁਰਬਾਨੀ ਦਿੱਤੀ ਉਦੋਂ ਤੁਸੀਂ ਕਿੱਧਰ ਗਏ ਸੀ ਲਾਹੌਰੀਏ? ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਕੁਰਬਾਨੀ ਦਿੱਤੀ ਉਦੋਂ ਤੁਸੀਂ ਕਿੱਧਰ ਗਏ ਸੀ? ਉਦੋਂ ਕਿਉਂ ਨਾ ਸੁਲ੍ਹਾ ਕਰਵਾਈ? ਜਦੋਂ ਅਸੀਂ ਹੁਣ ਚਾਰੇ ਸਾਹਿਬਜ਼ਾਦੇ ਧਰਮ ਤੋਂ ਆਪ ਕੁਰਬਾਨ ਕਰਾਏ ਹਨ ਖੁਸ਼ੀ ਦੇ ਨਾਲ, ਜ਼ੁਲਮ ਰਾਜ ਦੀਆਂ ਜੜ੍ਹਾਂ ਪੱਟ ਕੇ ਖਾਰੇ ਸਮੁੰਦਰ ਚ ਪਾਈਆਂ, ਜ਼ਫਰਨਾਮਾ ਭੇਜ ਦਿੱਤਾ ਹੈ, ਔਰੰਗੇ ਨੇ ਪੜਦਿਆਂ ਸਾਰ ਮਰ ਜਾਣਾ ਹੈ। ਹੁਣ ਕਿਹੜਾ ਮੌਕਾ ਜਿਹੜਾ ਅਸੀਂ ਉਸ ਦੇ ਨਾਲ ਸੁਲ੍ਹਾ ਕਰੀਏ, ਉਸ ਦੇ ਅੱਗੇ ਝੁਕ ਜਾਈਏ? ਇਹ ਮਾਝੇ ਦੀਆਂ ਪੰਚਾਇਤਾਂ ਕਹਿਣ ਲੱਗੀਆਂ ਸੱਚੇ ਪਾਤਸ਼ਾਹ ਜੀ ਇਉਂ ਨਹੀਂ ਤਾਂ ਫਿਰ ਸਾਥੋਂ ਸਿੱਖੀ ਨਹੀਂ ਕਮਾਈ ਜਾਂਦੀ। ਮਹਾਰਾਜ ਕਹਿਣ ਲੱਗੇ ਤੁਸੀਂ ਸਿੱਖਿਆ ਦੇਣ ਵਾਸਤੇ ਆਏ ਹੋ ਕਿ ਸਿੱਖਿਆ ਲੈਣ ਵਾਸਤੇ ਆਏ ਹੋ? ਸੋ ਤੁਸੀਂ ਸਾਨੂੰ ਉਲਟਾ ਸਾਨੂੰ ਸਿੱਖਿਆ ਦੇ ਰਹੇ ਹੋ ਕਿ ਰਾਜੀਨਾਮਾ ਕਰ ਲੈਣਾ ਚਾਹੀਦਾ ਹੈ, ਚੈਨ ਨਾਲ ਵਸਣਾ ਚਾਹੀਦਾ ਹੈ। ਤੁਸੀਂ ਗਲਤ ਕਹਿ ਰਹੇ ਹੋ। ਜੇ ਵਿਸਿਦਕੇ ਹੋ ਚੁੱਕੇ ਹੋ ਤਾਂ ਸਾਨੂੰ ਲਿਖ ਕੇ ਦੇ ਦਿਓ। ਉਸ ਮੌਕੇ ਤੇ ਰਾਜਨੀਤਿਕ ਬੰਦਿਆਂ ਦਾ ਸੁਭਾਅ ਆਪਾਂ ਜਾਣਦੇ ਹੀ ਹਾਂ, ਧਰਮ ਵਿੱਚ ਦ੍ਰਿੜ ਨਹੀਂ ਹੁੰਦੇ, ਪ੍ਰਪੱਕ ਨਹੀਂ ਹੁੰਦੇ, ਆਪਣੇ ਫਾਇਦੇ ਦੀ ਗੱਲ ਸੋਚਦੇ ਹਨ। ਉਸ ਮੌਕੇ ਤੇ ਮਾਝੇ ਦੀਆਂ ਪੰਚਾਇਤਾਂ ਨੇ, ਲਾਹੌਰ ਦੀਆਂ ਪੰਚਾਇਤਾਂ ਨੇ ਇਹ ਲਿਖ ਕੇ ਦੇ ਦਿੱਤਾ ਕਿ ਸੱਚੇ ਪਾਤਸ਼ਾਹ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਤੁਹਾਡੇ ਸਿੱਖ। ਇਹ ਜਦੋਂ ਬੇਦਾਵਾ ਇਹਦਾ ਨਾਮ ਹੈ ਕਿ ਸਾਡਾ ਕੋਈ ਦਾਵਾ ਨਹੀਂ ਤੁਹਾਡੇ ਉੱਪਰ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਨਹੀਂ ਲਿਖਿਆ ਕਿ ਅਸੀਂ ਤੁਹਾਡੇ ਗੁਰੂ ਨਹੀਂ, ਸੋ ਇਹਨਾਂ ਨੇ ਲਿਖ ਕੇ ਦਿੱਤਾ ਹੈ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੰਘ ਨਹੀਂ। ਇਹ ਲਿਖ ਕੇ ਦੇਣ ਤੋਂ ਸੱਚੇ ਪਾਤਸ਼ਾਹ ਨੇ ਇਹ ਕਾਗਜ਼ ਆਪਣੀ ਜੇਬ ਵਿੱਚ ਪਾ ਲਿਆ ਹੈ।
ਬੇਰੁਕੇ ਇਹਨਾਂ ਤੋਂ ਹੋ ਕੇ ਅੱਗੇ ਤੁਰ ਪਏ। ਸੋ ਇਹ ਜਦੋਂ ਤੁਰ ਪਏ ਮਹਾਰਾਜ ਸਾਹਿਬ ਜੀ ਅੱਗੇ ਤੁਰੇ ਹਨ ਰਾਮੇ ਵਾਲੇ ਨਗਰ ਤੋਂ। ਵਜੀਦਾ ਖਾਲਸਾ ਜੀ 50,000 ਫੌਜ ਲੈ ਕੇ ਕੇਵਲ 5 ਕੋਈ ਪਿੱਛੇ ਸੀ। ਉਹ ਪਿੱਛੇ ਪਿੱਛੇ ਜਾ ਰਿਹਾ, ਸੱਚੇ ਪਾਤਸ਼ਾਹ ਅੱਗੇ ਅੱਗੇ ਜਾ ਰਹੇ ਨੇ। ਇਹ ਜਦੋਂ ਸਾਰੇ ਬੇਮੁਖ ਹੋ ਕੇ ਤੁਰੇ, ਭਾਈ ਮਹਾਂ ਸਿੰਘ ਵਰਗੇ ਯੋਧੇ ਵਿੱਚ ਸਨ। ਉਹ ਕਹਿਣ ਲੱਗੇ ਕੀ ਬਣਿਆ, ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਤੋਂ ਲੈ ਕੇ ਸਿੱਖੀ ਕਮਾਉਂਦੇ ਆਏ, 10ਵੇਂ ਪਾਤਸ਼ਾਹ ਤੱਕ ਸਿੱਖੀ ਕਮਾਈ, ਬੜੀ ਬੁਰੀ ਗੱਲ ਬਣੀ। ਅੱਗੇ ਦੁਨੀ ਚੰਦ ਭੱਜ ਗਿਆ ਸੀ 200 ਸਿੱਖਾਂ ਨੂੰ ਨਾਲ ਲੈ ਕੇ। ਉਹਨਾਂ ਨੂੰ ਅੱਗੇ ਲਾਹਨਤਾਂ ਤੇ ਫਿਟਕਾਰਾਂ ਪੈ ਰਹੀਆਂ ਨੇ। ਉਹਨਾਂ ਵਿੱਚੋਂ ਵੀ ਕੋਈ ਸਿੱਖ ਨਾਲ ਸਨ ਜਿਹੜੇ ਮਹਾਰਾਜ ਸਾਹਿਬ ਦੇ ਪਾਸੋਂ ਬਖਸ਼ਾਉਣ ਵਾਸਤੇ ਆਏ ਹੋਏ ਸਨ। ਭਾਈ ਮਹਾਂ ਸਿੰਘ ਜਿਹੜਾ ਇਹ ਗੁਰੂ ਕਾ ਪਿਆਰਾ ਸੀ, ਇਹਨੇ ਖਾਲਸਾ ਜੀ ਉਸ ਵੇਲੇ ਕਿਹਾ, ਗੁਰੂ ਕੇ ਪਿਆਰਿਓ, ਜੇ ਹੁਣ ਇੱਥੋਂ ਆਪਾਂ ਬੇਦਾਵਾ ਦੇ ਕੇ ਚਲੇ ਗਏ, ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲਣੀ। ਸਾਰਾ ਦੇਸ਼ ਬੇਮੁਖ ਹੋ ਗਿਆ ਗੁਰੂ ਘਰ ਤੋਂ, ਕੋਈ ਸਿੰਘ ਨਹੀਂ ਪੈਦਾ ਹੋਵੇਗਾ। ਵਿਛੜ ਗਿਆ ਅੱਜ ਤੋਂ 84 ਦੇ ਗੇੜੇ ਵਿੱਚ ਭਟਕਣਾ ਪਵੇਗਾ, ਕੁੱਤੇ ਬਿੱਲੇ ਬਣ ਕੇ ਮਰਨਾ ਪਵੇਗਾ। ਇਸ ਵਾਸਤੇ ਗਿੱਦੜਾਂ ਦੀ ਜੂਨੇ ਨਾ ਪਵੋ, ਹੁਣ ਕਹਿਰਾਂ ਵਾਲਾ ਸੁਭਾਅ ਨਾ ਧਾਰੋ, ਜੋਧੇ ਬਣੋ ਤੇ ਆਓ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸੋਂ ਆਪਣਾ ਬੇਦਾਵਾ ਪੜਵਾਈਏ। ਭਾਈ ਮਹਾਂ ਸਿੰਘ ਨੇ ਸੋ ਗੁਰੂ ਕੇ ਪਿਆਰੇ ਨੇ ਖੰਡੇ ਦੇ ਨਾਲ ਲਕੀਰ ਖਿੱਚੀ ਔਰ ਕਿਹਾ, ਜਿਨ੍ਹਾਂ ਨੂੰ ਆਪਣਾ ਘਰ ਨਹੀਂ ਪਿਆਰਾ, ਜਿਨ੍ਹਾਂ ਨੂੰ ਆਪਣੀਆਂ ਘਰ ਵਾਲੀਆਂ ਨਹੀਂ ਪਿਆਰੀਆਂ, ਜਿਨ੍ਹਾਂ ਨੂੰ ਪੁੱਤਰਾਂ ਦੇ ਨਾਲ ਪਿਆਰ ਨਹੀਂ, ਜਿਨ੍ਹਾਂ ਨੂੰ ਆਪਣੀ ਜਾਨ ਵੀ ਪਿਆਰੀ ਨਹੀਂ, ਕੇਵਲ ਗੁਰੂ ਕੀ ਸਿੱਖੀ ਪਿਆਰੀ ਹੈ, ਉਹ ਆਪਣੇ ਸਿਰਾਂ ਨੂੰ ਤਲੀ ਤੇ ਰੱਖੋ। ਐਸ ਲਕੀਰ ਤੋਂ ਉਹ ਲੰਘੋ ਤੇ ਆਪਾਂ ਹੁਣ ਜੋ ਆਪਣੀ ਸਿਆਹੀ ਦੇ ਨਾਲ ਇਹ ਕਾਲੇ ਅੱਖਰ ਲਿਖ ਕੇ ਦਿੱਤੇ ਹਨ ਬੇਦਾਵੇ ਦੇ, ਉਹ ਆਪਣੇ ਸਿਰ ਦੇ ਖੂਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸੋਂ ਪੜਵਾਉਣੇ ਹਨ। ਇਹ ਵਿਚਾਰ ਜਦੋਂ ਹੋਈ 39 ਸਿੰਘ ਹੋਰ ਅੱਗੇ ਲੰਘੇ ਹਨ। 40ਵੇਂ ਭਾਈ ਮਹਾਂ ਸਿੰਘ ਜੀ, 41ਵੇਂ ਮਾਤਾ ਭਾਗ ਕੌਰ ਜੀ ਕਹਿਣ ਲੱਗੀ, ਹਾਂ ਪੁੱਤਰੋ ਸ਼ੇਰ ਬਣੋ, ਮਝੈਲਣਾ ਦੁੱਧ ਪੀ ਪੀ ਕੇ ਤੁਸੀਂ ਕੀ ਕੀਤਾ, ਬੜੀ ਬੁਰੀ ਗੱਲ। ਅੱਜ ਗੁਰੂ ਘਰ ਤੋਂ ਖਾਰਜ ਹੋ ਕੇ ਚੱਲੇ ਹੋ, ਗੁਰੂ ਘਰ ਤੋਂ ਬੇਮੁਖਾਂ ਨੂੰ ਲੋਕ ਪਰਲੋਕ ਵਿੱਚ ਕੋਈ ਜਗ੍ਹਾ ਨਹੀਂ, ਕਿਉਂ ਸਾਰੇ ਦੇਸ਼ ਨੂੰ ਬਦਨਾਮ ਕਰਵਾਉਣ ਲੱਗੇ ਹੋ। ਇਹ ਕਹਿਣ ਤੋਂ ਮਾਤਾ ਭਾਗ ਕੌਰ ਨੇ ਮੰਗਾਰਿਆ, ਭਾਈ ਮਹਾਂ ਸਿੰਘ ਨੇ ਮੰਗਾਰਿਆ। ਸਤਿਗੁਰੂ ਜੀ ਦੀ ਕਿਰਪਾ ਨਾਲ ਇਹ 40 ਸਿੰਘ ਤਿਆਰ ਹੋਏ। ਜਿੱਧਰ ਨੂੰ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਗਏ, ਉਹਨਾਂ ਨੇ ਘੋੜਿਆਂ ਦੀ ਪੈੜ ਦੇ ਮਗਰ ਮਗਰ ਇਹ ਵੀ ਤੁਰ ਪਏ। 2 ਮੀਲ ਦੀ ਵਿੱਥ ਪਈ। ਸਤਿਗੁਰੂ ਕਲਗੀਆਂ ਵਾਲੇ ਜੀ 2 ਕੋ ਅੱਗੇ, ਉਸ ਤੋਂ 2 ਕੋ ਮਗਰੇ 40 ਸਿੰਘ, ਉਹਨਾਂ ਤੋਂ 3 ਕੋ ਪਿੱਛੇ ਵਜੀਦਾ ਚੜਿਆ ਆ ਰਿਹਾ ਹੈ। ਅਖੀਰੀ ਜੰਗ ਜਿਹਨੇ ਕਰਨਾ ਹੈ ਸਤਿਗੁਰੂ ਜੀ ਦੇ ਖਾਲਸੇ ਦੇ ਨਾਲ। ਅੱਗੇ ਅੱਗੇ ਤੁਰੇਗਾ ਸੱਚੇ ਪਾਤਸ਼ਾਹ ਜੀ। 14 ਮੀਲ ਅੱਗੇ ਜਾ ਕੇ ਇੱਕ ਟਿੱਬੀ ਸਾਹਿਬ, ਟਿੱਬੀ ਉੱਚੀ ਸੀ, ਖਦਰਾਣ ਦੀ ਢਾਬ, ਨੀਵਾਂ ਥਾਂ, ਜਿੱਥੇ ਪਾਣੀ ਬੜਾ ਭਾਰੀ ਜਮਾ ਸੀ, ਹੋਰ ਕਿਤੇ ਨੇੜੇ ਨੇੜੇ ਪਾਣੀ ਨਹੀਂ ਸੀ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹ ਬੜਾ ਸੋਹਣਾ ਮੋਰਚਾ ਬੰਦੀ ਜਾਣ ਕਰਕੇ ਇੱਥੇ ਆਪਣਾ ਉਤਾਰਾ ਕੀਤਾ। ਪਰ ਅੰਤਰਜਾਮੀ ਜਾਣ ਰਹੇ ਕਿ ਸਾਡੇ ਪੁੱਤਰ ਭੁੱਲੇ ਹੋਏ, ਭਟਕੇ ਹੋਏ, ਅੱਜ ਫਿਰ ਸਾਡੇ ਚਰਨਾਂ ਵਿੱਚ ਜੁੜਨ ਵਾਸਤੇ, ਕੁਰਬਾਨੀ ਦੇਣ ਵਾਸਤੇ ਪਿੱਛੇ ਪਿੱਛੇ ਆ ਰਹੇ ਨੇ। ਇਸ ਵਾਸਤੇ ਉਹਨਾਂ ਨੇ ਜੰਗ ਕਰਨ ਵਾਸਤੇ ਮੋਰਚੇਬੰਦੀ ਇੱਥੇ ਚੰਗੀ ਹੋਵੇਗੀ, ਅਸੀਂ ਅੱਗੇ ਚੱਲੀਏ। ਸੱਚੇ ਪਾਤਸ਼ਾਹ ਇੱਕ ਕੋ ਅੱਗੇ ਜਿਹੜੀ ਉੱਚੀ ਟਿੱਬੀ ਹੈ ਉਹਦੇ ਉੱਪਰ ਜਾ ਕੇ ਆਪਣਾ ਡੇਰਾ ਜਮਾਇਆ ਹੈ। ਇਹ ਗੁਰੂ ਕੇ ਸਿੰਘ ਜਦੋਂ ਪਿੱਛੇ ਪਿੱਛੇ ਗਏ, ਵੇਖ ਲਿਆ ਕਿ ਸਤਿਗੁਰੂ ਕਲਗੀਧਰ ਜੀ ਆਪਣੇ ਦਲ ਸਮੇਤ ਔਰ ਸਾਹਮਣੇ ਉਤਰੇ ਹੋਏ ਨੇ। ਕਹਿਣ ਲੱਗੇ, ਕਿਹੜਾ ਮੂੰਹ ਲੈ ਕੇ ਚੱਲੀਏ? ਹੁਣੇ ਅੱਜ ਹੀ ਦੁਪਹਿਰੇ ਲਿਖ ਕੇ ਦਿੱਤਾ ਸੀ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੰਘ ਨਹੀਂ। ਹੁਣ ਹੱਥ ਜੋੜਿਆ, ਮਹਾਰਾਜ ਦੇ ਚਰਨਾਂ ਤੇ ਮੱਥਾ ਰੱਖਿਆ, ਜ਼ੁਬਾਨੀ ਗੱਲਾਂ ਕੀਤੀਆਂ, ਹੁਣ ਇਹ ਟੁੱਟੀ ਨਹੀਂ ਗੰਢੀ ਜਾਣੀ, ਸਿੰਘੋ ਹੁਣ ਕੁਰਬਾਨੀ ਕਰਨੀ ਪਵੇਗੀ। ਇਹ ਜਦੋਂ ਮਨ ਵਿੱਚ ਖਿਆਲ ਕੀਤਾ, ਜੋਸ਼ ਦੇ ਕੇ ਤਿਆਰ ਸੁੱਤੇ ਵੀਰ ਆਸਨ ਜਗਾਰ ਭਾਈ ਮਹਾਂ ਸਿੰਘ ਨੇ ਇਹਨਾਂ ਗੁਰੂ ਕੇ ਪਿਆਰੇ ਨੇ ਇੱਥੇ ਮੋਰਚੇਬੰਦੀ ਕਰ ਲਈ ਹੈ। ਆਪਣੇ ਵੱਡੇ ਵੱਡੇ ਕਸ਼ਹਿਰੇ 10-10 ਗਜ ਦੇ ਕਸ਼ਹਿਰੇ ਪੁਰਾਣੇ ਸਿੰਘਾਂ ਦੇ ਹੁੰਦੇ ਸਨ। ਅੱਜ ਕੱਲ ਤਾਂ ਸਾਨੂੰ 2.5 ਗਜਾਂ ਦਾ ਕਸ਼ਹਿਰਾ ਪਾਉਣਾ ਬੜਾ ਮੁਸ਼ਕਲ ਹੋ ਚੁੱਕਾ ਹੈ ਨਾ। ਅਸੀਂ ਅੱਜ ਕੱਲ ਦੇ ਸਿੰਘ ਆ ਬਨੌਟੀ ਸਿੰਘ, ਸਾਨੂੰ ਖਿਆਲ ਕਰਨਾ ਚਾਹੀਦਾ ਹੈ। ਕਸ਼ਹਿਰੇ ਗੁਰੂ ਕੇ ਪਿਆਰੇ ਦੇ ਵੱਡੇ ਵੱਡੇ ਚਾਦਰੇ, ਉੱਥੇ ਖਾਲਸਾ ਜੀ ਝਾੜੀਆਂ ਸਨ ਬੜੀਆਂ ਭਾਰੀ, ਝਾੜੀਆਂ ਦੇ ਉੱਪਰ ਵੱਡੇ ਵੱਡੇ ਬਸਤਰ ਖਿਲਾਰ ਦਿੱਤੇ। ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਖਾਲਸੇ ਦੇ ਤੰਬੂ ਲੱਗੇ ਹੋਏ ਨੇ ਤੇ ਖਾਲਸੇ ਦੀ ਫੌਜ ਇੱਥੇ ਉਤਰੀ ਹੈ। ਉਸ ਗੁਰਦੁਆਰੇ ਸਾਹਿਬ ਦਾ ਨਾਮ ਹੀ ਗੁਰਦੁਆਰਾ ਤੰਬੂ ਸਾਹਿਬ ਹੈ। ਤੰਬੂ ਸਾਹਿਬ ਹੀ ਅੱਜ ਦੇ ਦਿਨ ਵੱਡਾ ਭਾਰੀ ਦੀਵਾਨ ਇਸ ਮੌਕੇ ਤੇ ਸਜਿਆ ਹੁੰਦਾ ਹੈ। ਸੋ ਇਹ ਗੁਰੂ ਕੇ ਸਿੰਘ ਪਾਣੀ ਜਾਣ ਕਰਕੇ ਕਿ ਪਾਣੀ ਦੇ ਨੇੜੇ ਤੁਰਕਾਂ ਨੂੰ ਨਾ ਆਉਣ ਦੇਈਏ, ਇੱਥੇ ਆਪਾਂ ਟੁਕੜਾ ਟੁਕੜਾ ਹੋ ਕੇ ਸ਼ਹੀਦ ਹੋਈਏ। ਜਦੋਂ ਇੱਥੇ ਮੋਰਚੇਬੰਦੀ ਆਪਣੀ ਕਰ ਲਈ,
तुरक चढ़ के आए, गुरु के ਸਿੰਘਾਂ ने मुकाबला किया। जिवें चौकौर साहब दे विच एक एक सिंह बाहर निकल के लड़िया सी। ये जो इतिहास में कथा चल रही है, रात को सूरज प्रकाश की कथा हर रोज होंदी है, ये तकरीबन 7वें के दिन ये जंग जो है मुक्तसर साहब की एक कथा आने वाली है, उस तरह एक कथा आएगी रात को। तो जदों इत्थे ये तुरक सारे पहुंचे, एक एक सिंह ने बाहर निकल के लड़ना शुरू किया। एक एक सिंह 10-10, 20-20, 30-30, 40-40, 50-50 सैकड़े ने ताई मार मार के कुर्बान हो रहा है। बड़े भारे बंदूकों का खड़का होने लगा। बाजा वाले, कलगियां वाले चोजी प्रीतम, सच्चे पातशाह जी कृपालू, जिन्होंने पता है कि अमृत छका के असं अपने पुत्र जिन्होंने बढ़ाया होया है, उन्होंने लोग भटक गए, बेदावगे हो गए, पर उन्होंने सिदकियां ने आन के अपने सिर तली से रख ले ने। असं इन्हों की सहायता करनी है। सच्चे पातशाह टिब्बी साहब तो तीर चलाने शुरू किए हैं। हजूर का तीर एक एक, दो दो, 4-4, 5-5, 10-10 मीਆਂ नबीजी निकल करके सुक्का धरती दे विच जाके गड्ढिया जाता है। ऐसे तीर सच्चे पातशाह जी ने चलाए, जिहड़े हड़दी न्याय तुरक चढ़े आ रहे सन, सच्चे पातशाह जी ने सब पिछे रोक दिते हैं। कलगीधर के तीरां दे नाल मजीदे का एक भतीजा, एक भाणजा, 2 वड्डे जरनैल ये मारे गए हैं। अद्धी फौज मारी गई। इधर एक एक सिंह जब एक दूजे ने मंगा रहे सन, गगन तमामा बाजियो, परे निशाना घाओ, खेत जो मांडियो सूरमा, अब जूझन को दाओ, सूरा सो पहचानिए जो लड़ा दीन का हेत, पुरजा पुरजा कट मरा कबू न छाड़ा खेत। ये पवित्र बचन कहते हैं तो गुरु के प्यारे कुर्बान हो रहे हैं। धन जियो ते को जग में, मुख ते हर चित्त में युद्ध विचार है, देह अनित न नित रहे, जस नाव चढ़े पव सागर तार है, कीरज धाम बना यह तन बुद्ध सुदीप को जो उजियार है, जाने की बड़नी मनो हाथ न कातरता कुतवार बुहार है। ये पवित्र शब्द पढ़ते हुए, चंडी दे पाठ करते हुए, वाहिगुरु वाहिगुरु का मंत्र का सिमरन करते हुए, रण पत्ते गुरु के प्यारे एक एक सैकड़े सैकड़े टुकड़े हो के सारे सिंह के जूझ गए हैं। एक सिंह भाई महा सिंह केवल बेहोश पिया है, जिससे श्वास चल रहे हैं। कलगियां वाले सच्चे पातशाह पूछ रहे ने कि साडे किन्हां पुत्रां ने आके जंग आरंभ दिता है, साडे तक तुरकां नूं आउण ही नहीं दिता। ये कौन हैं गुरु के प्यारे, ये कौन हैं गुरु के लाडले। ये कहते हुए नाल 20 रास्ते सहित सच्चे पातशाह जी आप 20 आसन से होकर तीर चलाई जा रहे हैं। जदों अद्धी फौज मर गई, गुरु का खालसा तकरीबन 40 सिंह शहीद हो चुके ने। माई भाग कौर जी अगे जंग करते हुए माता भाग कौर जी जख्मी होके ये भी डिग पाए हैं। तो सतगुरु सच्चे पातशाह तीर पेश नहीं जान देते तुरकां दी। बड़ी भारी प्यास लगी, कपूरा नाल से उहदे पासों पुछया, कहते कपूरिया पानी किथे है। ये अंदरों गुरु का मिलापी सी, उत्तों डरदा होया ही बेमुख होया सी। ते कहण लगा वजीर खां गल सुन, जे अगे जाओगे तो 30 कोह से पानी मिलेगा, जे पिछे जाओगे तो 10 कोह से मिलेगा। इस वास्ते पिछे हटना ही तुहानूं चंगा, अगाह ना वधो। ते कहण लगे जिहड़े तुरक मर गए हैं इन्हां नूं कबरां विच दफनाउण दा मेरा ख्याल सी। कहण लगा मिट्टी ते ही पए ने, धरती ते ही पए ने, जे इन्हां नूं तूं दफनाउण लगा तो बाकी दी फौज भी इत्थे ही मर जावेगी ते इहदे नाल। इस वास्ते वापस मुड़ना चाहिदा। सब तो वड्डी ये हार ते अखीरी हार तुरकां नूं इह होई, जिस तो मगरों फिर कदे कोई तुरक हिया करके गुरु कलगियां वाले सच्चे पातशाह दे उपर चढ़ के नहीं आया। तो इथों ये तुरक पिछे मुड़िया श्री मुक्तसर साहब तो खदराने की धार तो गरीब नवाज कलगियां वाले सच्चे पातशाह महाराज साहब आप अपने पुत्रां की संभाल करने वास्ते तुर पए हन। टिब्बी साहब तो बड़ी जल्दी दे नाल आए। एक रकाबगंज साहब पूरे गुरुद्वारा है। तो उसका इतिहास तो यो सुनाते हैं कि महाराज जो घोड़े के उपर चढ़ लगे तो रकाब टुट गई। इस वास्ते रकाब उत्थे रखी हुई कि रकाबगंज गुरुद्वारा है। असल में रकाब एक खास फौजी दस्ते का नाम हुंदा सी, जिहड़ी पहले दर्जे की फौज होवे सतगुरु जी का वो जिहड़ा फौजी दस्ता सी वो उत्थे उतरिया होया सी। तो उथों सच्चे पातशाह अगे चले हैं। इस वास्ते रकाबगंज साहब उस गुरुद्वारे साहब का नाम है। जिहड़े पढ़े लिखे विद्वान लोग हैं वो ये निश्चय करते हैं। रहो विचार सच्चे पातशाह महाराज साहब जी घोड़े से चढ़ के आए। गरीब नवाज ये जंग वाली थान से आके घोड़े तो उतरे।
अपनी जेब दे विचों रुमाल कढ़िया है, वो रुमाल कढ़ के अपने ਸਿੰਘਾਂ ਦੇ चेहरे पूंजते हैं, साफ करते हुए कहते मेरा 1000 मेरा 5000 ये मेरा 10,000 ये मेरा 20,000 है। ये कहते हुए चेहरे सारे ने पूंजते हुए ਸਿੰਘਾਂ ਨੂੰ आग्ञा कर रहे हैं कि इन्हां सारे योधियां दी लाशां एक थां ते इकट्ठियां करो। सो अगे सच्चे पातशाह महाराज साहब जी एक बण जिहड़ा हुण तक खड़ा बण दा बिरछ ਉਹਦੇ पास चले गए ने। अगे की वेख्या कि सिंह सहक रहा है, जिस चित्त विच इच्छा सी कि अपनी टुटी हुई कढा के सचखंड नूं जाना है। सतगुरु कलगीधर सच्चे पातशाह जी नेड़े पहुंचे। गरीब नवाज ने वेख्या कि सिंह बेहोश हो चुका है, शरीर टुकड़ा टुकड़ा होया, छाननी होया, खून निकल चुका है, पर श्वास हाले बाकी हैं। मन में इच्छा है, तरस रहा है कि मिल मेरे प्रीतमा जियो, और तुद बिन खरी निमानी, मैं नैनी नींद न आवा जियो, भावा अन्न न पानी। भाई महा सिंह जी की जान तरस रही सी गुरु के प्यारे दी। आवो सज्जना हम देखा दर्शन तेरा राम, कर आपनड़ा खड़ी तका मैं मन चाहू कनेरा राम। खबरे श्वास निकली जाते, पर मन में ये जो इच्छा सी कि गुरु कलगीधर दे अखीरी मैनू दर्शन होण, उन्हां दा सदका हाले जान नहीं निकली, प्राण चल रहे हैं, बाकी शरीर सारा बेहोश पिया है। गरीब नवाज सच्चे पातशाह जी नेड़े पहुंचे, चुक के अपने सिख पुत्र नूं अपनी गोद दे विच सच्चे पातशाह जी ने लैके जदों इहदा चेहरा पूंजिया, सतगुरु जी ने जदों अपने हथ कमल इहदे मत्थे दे उपर लाए, चेतनता हो आई है, होश आ गई, नेत्र खोले, की वेख्या कि मेरा सिर गुरु कलगियां वाले सच्चे पातशाह पिता दी गोद विच है। उस वेले यतन करके दोवें हथ इकट्ठे कीते, इकट्ठे करके सतगुरु जी वाल सीस निवा के शर्म वालियां अखां दे सहत शर्मिंदे हो के भाई महा सिंह जी ने गरीब नवाज सच्चे पातशाह नूं गज के फतेह बुलाई। वाहिगुरू जी का खालसा, वाहिगुरू जी की फतेह। खालसा जी गज के नहीं फतेह बुलाई, गज के फतेह बुलाओ। वाहिगुरू जी का खालसा, वाहिगुरू जी की फतेह। गरीब नवाज सच्चे पातशाह महाराज साहब ने फतेह बुलाई। भाई महा सिंह के नेत्रां विचों प्रेम का प्रवाह वह तुरिया है। धन गुरु गोबिंद सिंह साहब सच्चे पातशाह के बारे में इतिहास पढ़ के वेख लो, अपने साहिबजादे ने कुर्बान होने तो नेत्रां विचों हंझू नहीं डिगे। अज भाई महा सिंह नूं रोंदा वेख करके गुरु कलगीधर वाले सच्चे पातशाह के नेत्रां विचों हंझू जा रहे हैं। पुछया भाई महा सिंह की कारण, क्यों दिलगीर हो रहा है, कारण की? सिंगा जे चाहे तो 4 युग लंबी उम्र कर देगी तेरी, जे चाहे तो स्वर्ग का राज दे देंगे। जे भाई महा सिंगा तू इस वेले बेनती कर, जो तू कहे सिंगा से तेन वर देण नूं बेताब हाँ, जो चाहना सिंगा साडे पासों मंग लै, साडी खुशी का तैनूं पता है जी। असीं चाहिए स्वर्ग तक दे राज दे देईए, जे असीं चाहिए असीं तो मरिया होया नूं भी जिउंदे कर सकते हैं, तू तो हाले जिउंदा है। गरीब नवाज सच्चे पातशाह वाल हाथ जोड़ के भाई महा सिंह जी कह लगे, गरीब नवाज इन्हां चीज़ां की कोई लोड़ नहीं, भाई महा सिंघा कोई वर मंग। सच्चे पातशाह जी तुहाडे अंतले समय बड़े बड़े रिखी ते मुनि पीर पैगंबर भी जिहड़े हन, जदों उन्हां दे अखीरी सवास होण ਉਹ ਤੁਹਾਡੇ ਦਰਸ਼ਨਾਂ ਨੂੰ ਚਾਹੁੰਦੇ ਹਨ। देवी देवते भी चाहते हैं, देवतियां दर्शन कह ताई दुख भूख तीर्थ कीए। अज मेरा अखीरला समा है ते मेरा सीस तुहाडी गोद विच है, तुहाडा किरपा भरे हथ मेरे सिर उपर है। ऐनों वड्डी होर किहड़ी चीज़ है सच्चे पातशाह जी जो मैं तुहाडे पासों मंग लवां, मैनूं कोई इच्छा नहीं रही है। सच्चे पातशाह कहणगे, भाई महा सिंघा साडे वास्ते कुर्बान होए हो, टुकड़े टुकड़े होए पुत्रा, जदों तक कोई वर नहीं मंग लेंदे तदों तक साडा चित शांत नहीं हुंदा। गरीब नवाज सच्चे पातशाह जी कहणगे, सिंघा दिलगीर क्यों हो रहा है, दिल क्यों ढा रहा है, कारण की? जे चाहे तो तैनूं ब्रह्म लोक दा राज दे देईए। औरंगे नूं असीं जफरनामा भेज दिता, उन्हें मर जाना है। जे चाहुंदा तो दिल्ली दे तख्त ते सिंघा तैनूं बैठा देईए। सच्चे पातशाह इन्हां चीज़ां दी कोई लोड़ नहीं। राज न चाहो मुक्त न चाहो, मन प्रीत चरण कवलारे।
ਹਜੂਰ ਕਹਿਣ ਲੱਗੇ ਸਿੰਘਾਂ ਮੁਕਤ ਕਰ ਦਈਏ। ਸੱਚੇ ਪਾਤਸ਼ਾਹ ਦੇ ਬਾਰੇ ਜਦੋਂ ਵੇਖਿਆ ਕਿ ਹਜੂਰ ਦੇ ਚਿੱਤ ਦੇ ਵਿੱਚ ਉਹ ਦੁਪਹਿਰੇ ਜਿਹੜਾ ਬੇਦਾਵਾ ਲਿਖ ਕੇ ਦਿੱਤਾ ਸੀ, ਹੁਣ ਦਿਨ ਡੁੱਬਣ ਲੱਗਾ ਹੈ, ਹੁਣ ਸਤਿਗੁਰੂ ਜੀ ਦੇ ਚਿੱਤ ਦੇ ਵਿੱਚ ਉਹ ਨਾਰਾਜ਼ਗੀ ਨਹੀਂ ਹੈ। ਸਤਿਗੁਰੂ ਜੀ ਦੀ ਪ੍ਰਸੰਨਤਾ ਦਾ ਮੈਂ ਪੂਰਾ ਲਾਭ ਲਵਾਂ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੇ ਪੂਰੇ ਤੁਠੇ ਹੋ ਤਾਂ ਕਿਰਪਾ ਕਰੋ। ਤੁਸੀਂ ਕਿਰਪਾ ਕੀਤੀ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਤੁਹਾਡੇ ਤੱਕ ਸਿੱਖੀ ਕਮਾਈ, ਪਰ ਅੱਜ ਰਾਜਨੀਤਿਕ ਲੋਕਾਂ ਨੇ ਬਸਿਰਕੇ ਹੋ ਕੇ ਤੁਹਾਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਹੈ ਮਝੈਲਾਂ ਨੇ। ਜੋ ਜੇ ਆਪ ਕਿਰਪਾਲੂ ਹੋਏ ਹੋ ਤਾਂ ਕਿਰਪਾ ਕਰਕੇ ਉਹ ਬੇਦਾਵਾ ਪਾੜ ਦਿਓ। ਭਾਈ ਮਹਾਂ ਸਿੰਘਾ ਆਪਣੇ ਵਾਸਤੇ ਕੁਛ ਮੰਗ ਲੈ। ਨਹੀਂ ਸੱਚੇ ਪਾਤਸ਼ਾਹ ਜੀ, ਹਜੂਰ ਕਹਿਣ ਲੱਗੇ ਆਪਣੇ ਪਿੰਡ ਵਾਸਤੇ ਕੁਛ ਮੰਗ ਲੈ, ਆਪਣੇ ਪਰਿਵਾਰ ਵਾਸਤੇ ਕੁਛ ਮੰਗ ਲੈ। ਜੇ ਕਿਤੇ ਖਾਲਸਾ ਜੀ ਬਿਸਦਕਾ ਹੁੰਦਾ, ਜੇ ਕਿਤੇ ਲਾਲਚੀ ਹੁੰਦਾ, ਜੇ ਕਿਤੇ ਆਪਣੇ ਪੇਟ ਪਾਲੂ ਜਾਂ ਪਰਿਵਾਰ ਪਾਲੂ ਹੁੰਦਾ ਤਾਂ ਜ਼ਰੂਰ ਮੰਨ ਜਾਂਦਾ। ਪਰ ਧੰਨ ਪਰਉਪਕਾਰੀ ਭਾਈ ਮਹਾਂ ਸਿੰਘ ਬੇਨਤੀ ਕਰਨ ਲੱਗਾ, ਸੱਚੇ ਪਾਤਸ਼ਾਹ ਜੇ ਟੁੱਟੇ ਹੋ ਤਾਂ ਕਿਰਪਾ ਕਰਕੇ ਟੁੱਟੀ ਗੰਢ ਲਓ, ਆਪ ਮਿਹਰ ਕਰੋ। ਗਰੀਬ ਨਵਾਜ਼ ਦਸਮ ਪਾਤਸ਼ਾਹ ਜੀ ਡਾਢੇ ਪ੍ਰਸੰਨ ਹੋਏ, ਕਹਿਣ ਲੱਗੇ ਸਿੰਘਾ ਤੇਰੀ ਕੁਰਬਾਨੀ ਦਾ ਸਦਕਾ ਲੈ ਇਹ ਜਿਹੜੇ ਟੁੱਟ ਗਿਆ ਸੀ ਸਾਰਾ ਦੇਸ਼, ਸੋ ਬੇਮੁਖ ਹੋ ਚੁੱਕਾ ਸੀ। ਸੱਚਖੰਡ ਦੇ ਦਰਵਾਜ਼ੇ ਜਿਨ੍ਹਾਂ ਵਾਸਤੇ ਬੰਦ ਹੋ ਚੁੱਕੇ ਸਨ, ਬੈਕੁੰਠ ਵਿੱਚ ਨਹੀਂ ਸੀ ਕਿਸੇ ਨੇ ਜਾ ਸਕਣਾ। ਤੇਰੀ ਕੁਰਬਾਨੀ ਦਾ ਸਦਕਾ ਤੇ 40 ਸਿੰਘਾਂ ਦੀ ਕੁਰਬਾਨੀ ਦਾ ਸਦਕਾ ਹਜੂਰ ਸੱਚੇ ਪਾਤਸ਼ਾਹ ਨੇ ਆਪਣੀ ਜੇਬ ਵਿੱਚੋਂ ਕੱਢ ਕੇ ਕਾਗਜ਼ ਕਹਿਣ ਲੱਗੇ ਵੇਖ ਭਾਈ ਮਹਾਂ ਸਿੰਘ ਇੱਧਰ ਧਿਆਨ ਕਰ। ਸੱਚੇ ਪਾਤਸ਼ਾਹ ਜੀ ਨੇ ਪੁਰਜਾ ਕਰਕੇ ਉਹ ਕਾਗਜ਼ ਪਾੜਦੇ ਹੋਏ ਕਹਿ ਦਿੱਤਾ, ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ। ਗਰੀਬ ਨਵਾਜ਼ ਕਹਿਣ ਲੱਗੇ ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਿਆ। ਸਭ ਕਾਗਜ਼ ਤੁਹਾਡੀਆਂ ਫਰਿਸ਼ਤਾਂ ਪਾੜ ਦਿੱਤੀਆਂ ਗੁਰੂ ਕੇ ਪਿਆਰਿਓ। ਧਰਮ ਰਾਜੇ ਦੇ ਪਾਸ ਨਹੀਂ ਜਾਓਗੇ, ਸੱਚਖੰਡ ਨੂੰ ਸਾਡੇ ਚਰਨਾਂ ਵਿੱਚ ਤੁਹਾਡਾ ਨਿਵਾਸ ਹੋਵੇਗਾ। ਤੁਹਾਡੀ ਕੁਰਬਾਨੀ ਦਾ ਸਦਕਾ ਭਾਈ ਮਹਾਂ ਸਿੰਘਾ ਸਾਰਾ ਦੇਸ਼ ਬਖਸ਼ਿਆ ਗਿਆ। ਵੱਡੇ ਵੱਡੇ ਯੋਧੇ ਤੇ ਬਲੀ ਸਿੰਘ ਮਾਝੇ ਦੇ ਵਿੱਚ ਹੋਣਗੇ, ਨਹੀਂ ਤਾਂ ਅੱਜ ਤੋਂ ਲੈ ਕੇ ਸਿੱਖੀ ਤੋਂ ਖਾਰਜ ਹੋ ਚੁੱਕੇ ਸਨ। ਸੋ ਖਾਲਸਾ ਹਜੂਰ ਨੇ ਕਹੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਚਰਨਾਂ ਚ ਭਾਈ ਮਹਾਂ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਟੂਟੀ ਤੁਮ ਹੀ ਜੋੜੀ। ਸੱਚੇ ਪਾਤਸ਼ਾਹ ਟੁੱਟੀ ਹੋਈ ਨੂੰ ਤੁਸੀਂ ਕਿਰਪਾ ਕਰਕੇ ਜੋੜ ਲਿਆ ਹੈ, ਬੜੀ ਬਖਸ਼ਿਸ਼ ਕੀਤੀ ਹੈ। ਇਹ ਬੇਨਤੀਆਂ ਕਰਨ ਤੋਂ ਹਜੂਰ ਕਹਿਣ ਲੱਗੇ ਫਿਰ ਭਾਈ ਮਹਾਂ ਸਿੰਘਾਂ ਜੇ ਚਾਹੇ ਤਾਂ ਜਿਉਂਦਾ ਰੱਖ ਲਈਏ। ਨਹੀਂ ਮਹਾਰਾਜ, ਇੱਕੋ ਇੱਕ ਮਨ ਵਿੱਚ ਵਾਸ਼ਨਾ ਸੀ, ਉਹ ਪੂਰੀ ਹੋ ਗਈ ਹੈ। ਤੁਸੀਂ ਕਿਰਪਾ ਕੀਤੀ ਹੈ, ਸੱਚਖੰਡ ਵਿੱਚ ਨਿਵਾਸ ਬਖਸ਼ਣ ਲੱਗੇ ਹੋ, ਹੁਣ ਮੈਨੂੰ ਆਗਿਆ ਦਿਓ ਮੈਂ ਤੁਹਾਡੇ ਚਰਨਾਂ ਵਿੱਚ ਲੀਨ ਹੋ ਜਾਵਾਂ। ਭਾਈ ਮਹਾਂ ਸਿੰਘ ਨੇ ਇਹ ਬੇਨਤੀ ਕਰਕੇ ਆਪਣੇ ਪ੍ਰਾਣ ਤਿਆਗ ਕੇ ਧੰਨ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਹੀ ਜਿਸ ਦਾ ਸਿਰ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰੂ ਕਾ ਲਾਡਲਾ ਅੱਜ ਦੇ ਦਿਨ ਖਾਲਸਾ ਜੀ ਲੀਨ ਹੋਇਆ ਸੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜੈਸਾ ਬਾਲਕ ਭਾਏ ਸੁਭਾਈ ਲਖ ਅਪਰਾਧ ਕਮਾਵੈ, ਕਰ ਉਪਦੇਸ਼ ਛਿੜਕੈ ਬਹੁ ਭਾਤੀ ਬਹੁਤ ਪਿਤਾ ਗੱਲ ਲਾਵੈ। ਪਿਛਲੇ ਔਗਣ ਬਖਸ਼ ਲੈ ਤਬ ਆਗੈ ਮਾਰਗ ਪਾਵੈ। ਪਿਛਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਔਗਣ ਬਖਸ਼ੇ, ਅੱਗੇ ਵਾਸਤੇ ਸਿੱਖੀ ਦੇ ਰਾਹ ਕਿਰਪਾ ਕਰਕੇ ਭੂਲੇ ਮਾਰਗ ਜਿਹਨੇ ਬਤਾਇਆ, ਤੈਸਾ ਗੁਰ ਵੱਡ ਭਾਗੀ ਪਾਇਆ। ਐਸੀ ਬਖਸ਼ਿਸ਼ ਸਤਿਗੁਰੂ ਸੱਚੇ ਪਾਤਸ਼ਾਹ ਨੇ ਖਾਲਸਾ ਜੀ ਕੀਤੀ ਸੀ। ਸਿੰਘਾਂ ਦੇ ਸ਼ਹੀਦ ਹੋਣ ਤੋਂ ਬਾਅਦ ਫਿਰ ਹਜੂਰ ਨੇ ਵੇਖਿਆ ਮਾਈ ਭਾਗ ਕੌਰ ਸਹਿਕ ਰਹੀ ਹੈ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਰਪਾ ਭਰੀ ਨਿਗਾਹ ਪਾਈ, ਮਾਈ ਤਿਆਰਪੁਰ ਤਿਆਰ ਹੋਈ। ਜਿੰਨੇ ਜ਼ਖਮ ਸਨ ਸਾਰਿਆਂ ਤੋਂ ਆਰਾਮ ਆਇਆ। ਇਹ ਮਾਤਾ ਅਬਦੁੱਲੜ ਸੀ, ਬਰਾਗ ਬੜੀ ਭਾਰੀ ਬਰਾਗ ਦੇ ਸਹਿਤ ਸੀ, ਤਿਆਗਣ ਸੀ ਬੜੀ ਭਾਰੀ, ਪਰ ਹਜੂਰ ਨੇ ਆਗਿਆ ਕੀਤੀ ਮਾਤਾ ਭਾਗ ਕੌਰ ਤੇਜ ਕਸ਼ਹਿਰਾ, ਗਲ ਵਿੱਚ ਚੋਲਾ, ਉੱਪਰ ਚਾਦਰਾ, ਹੱਥ ਵਿੱਚ ਬਰਸ਼ਾ, ਗਾਤਰੇ ਕਿਰਪਾਨ, ਰਹਿਤ ਵਿੱਚ ਤਿਆਰਪੁਰ ਤਿਆਰ ਮਾਤਾ ਜੀ ਜ਼ਰੂਰ ਰਹਿਣਾ। ਆਪਣੇ ਬਸਤਰ ਲਾ ਕੇ ਸੋ ਆਪਣੇ ਸਰੀਰ ਨੂੰ ਨੰਗਾ ਕਰਕੇ ਨਹੀਂ ਕਦੇ ਫਿਰਨਾ, ਬਹੁਤੇ ਅਵਦੂਤਣ ਨਹੀਂ ਬਣਨਾ। ਅੰਦਰ ਗਿਆਨ ਤੇ ਬਾਹਰੋਂ ਰਹਿਤ ਮਰਿਆਦਾ ਚ ਪਰਪੱਕ ਰਹਿਣਾ ਹੈ। ਤੇ ਬਚਨ ਕਹਿਣ ਤੋਂ ਮਾਤਾ ਜੋ ਜੀ ਸਰ ਮਾਤਾ ਭਾਗ ਕੌਰ ਜੀ ਕਲਗੀਧਰ ਜੀ ਦੇ ਨਾਲ ਹੀ ਰਹੇ ਨੇ। ਸੱਚਖੰਡ ਨੂੰ ਇਹ ਨਾਲ ਗਏ। ਅੱਗੇ ਬਿਦਰਪੁਰੀ ਸ੍ਰੀ ਨਾਨਕ ਝੀਰਾ ਜਿੱਥੇ ਉੱਥੋਂ 5 ਕੋਹ ਅੱਗੇ ਬਿਦਰਪੁਰੀ ਹੈ। ਸੋ ਉੱਥੇ ਜਾ ਕੇ ਮਾਤਾ ਭਾਗ ਕੌਰ ਜੀ ਪ੍ਰਚਾਰ ਕਰਦੇ ਹੋਏ ਉੱਥੇ ਜੋਤੀ ਜੋਤ ਸਮਾਏ ਹਨ। ਉਹਨਾਂ ਦਾ ਗੁਰਦੁਆਰਾ ਸਾਹਿਬ ਉੱਥੇ ਬਿਦਰਪੁਰੀ ਦੇ ਵਿੱਚ ਬਣਿਆ ਹੋਇਆ ਹੈ। ਉੱਥੇ ਮਾਤਾ ਭਾਗ ਕੌਰ ਜੀ ਜਾ ਕੇ ਸਮਾਏ।
इधरों सच्चे पातशाह महाराज साहब ने जंग के फतेह तो बाद सारिया गुरसिखां दियां लोथां चुका के एक थां ते रखाइयां, शहीदगंज जिसका नाम है। फिर उत्थे सारिਆਂ ਦਾ इशनान करवा के अपने हथी गुरु कलगीਆਂ वाले सच्चे पातशाह महाराज साहब जी ने सारे भरावां दा इकट्ठा शहीदगंज बना के खालसा जी संस्कार कलगीਆਂ वाले ने अपने हथी कीता और सारे गुरु के प्यारे ने मुक्त करके सचखंड दे विच भेजिया और बचन कीते जिथे एक कोई तपस्या करे उत्थे तीर्थ बन जाता है। इत्थे 40 गुरु के प्यारे ने अपनी कुर्बानी दी है। सो इस वास्ते इत्थे यादगार कायम होनी चाहिए है। वो खदराने की ढाब नूं सच्चे पातशाह ने कहा यह मुक्ति का सरोवर है, यह मुक्तसर साहब बनेगा। जिहड़ा माघी वाले दिन इत्थे इशनान करे, रहत विच त्यार पुर त्यार अमृत वेले इशनान करे, वो मुक्त होया करेगा। 84 के गेड़े तो असीं बचाया करांगे। खालसा जी जिथे साहिबजादे कुर्बान होए उत्थे मुक्ति का सरोवर नहीं बनाया, जिथे आनंदपुर साहब ऐडियां बख्शिशां कीतियां उत्थे मुक्ति का सरोवर नहीं बनिया, चमकौर साहब दे विच नहीं, सरहंद दे विच नहीं, होर किसी थां ते नहीं। पर जिथे ये 40 सिंह शहीद होए हन उत्थे सतगुरु सच्चे पातशाह ने सदा वर्त ला दिता। लोकां ने कुंभ बनाए ने 12 साल तो बाद आउंदा है। सतगुरु सच्चे पातशाह ने सदा वर्त और वो कुरिदियां सिद्धियां का नहीं, मुक्ति का सरोवर सतगुरु सच्चे पातशाह जी ने लाया है। एडी वड्डी भारी दात सतगुरु कलगीਆਂ वाले सच्चे पातशाह ने बख्शी है। तो गुरु के प्यारे अज वो पवित्र दिहाड़ा है। इस वास्ते आपां भी मन में हुण अज विचार करनी है कि आपां गुरु के पुत्र हाँ। साडे तो अपने पुत्र कुर्बान करके किया सी, माइया के चरणों में बेनती है। शुक्र है कि गुरु के चरणों में बहुत ही संगत जुड़ी है। इसे तरह रोज ही जुड़ना चाहिए है। तो ਜਿਹੜੀਆਂ मातावां ना इतने थले बैठ सकन, उपर गैलरी में जगह है, हेड ग्रंथी साहब फरमाउंदे ने उत्थे बड़े अदब दे नाल बैठ के गुरु की अमृत रूप कथा मावां भैणां उपर बैठ के सुन। तो सब संगत गज के कहो सतनाम श्री वाहिगुरू। खालसा जी साडे उपर चारे साहिबजादे कुर्बान करके साडियां मातावां ने पुछण तो हजूर ने कहा सी इन पुत्र के सीस पर वाद दिए सुख चार मूए तो क्या पाया जीवत लाख हजार। कहना अपने पुत्रां दे उपरों असीं चारे साहिबजादे कुर्बान कर दिते हैं। साडे वल हथ करके कहा सी जे 4 शहीद हो भी गए तो की होया, साडे लखां ते हजारां जिउंदे हन। असीं हुण मन विच विचार करिए कि गुरु के पुत्र हाँ कि किते असीं भी कलगीਆਂ वाले नूं बेदावा तां नहीं दे चुके। कलगीਆਂ वाले सच्चे पातशाह ने बख्शी हुई के दाड़ा ते केस जिन्हों ने मनाए हुए हैं वो गुरु कलगीਆਂ वाले सच्चे पातशाह नूं बेदावा दे चुके हैं। जिन्हों का नाम सिंह है और दाड़ा ते केस नहीं, और जिन्होंने अमृत नहीं छकिया बेअमृतिया हैं, वो गुरु के पुत्र नहीं हैं। गुरु घर दे विच अमृत छक के गुरु के पुत्र पुत्रियां बनीदा है। जे गंदे सिनेमे, गंदियां शराबां, कुरीतियां, चोरी यारी, ठगी सारे प्रकार के ऐब साडे विच हन ते खंडे दी अमृत दी दात साडे पास नहीं, तो भाई फिर किते असीं भी गुरु घर दे बेदावजे ना होइए। और गुरु के प्यारे तो बेदावा दे के अपने सीस दे के उसे दिन पड़वा लिया सी। जे असीं श्री गुरु ग्रंथ साहब तो 10 पातशाहियां तो असीं बेमुख हो गए तो असीं कदों ये बेदावा पड़वावांगे। इस वास्ते गुरु का अमृत छक के गुरु की राहत मर्यादा परपक्क होना चाहिए है। आज सिंह सभा शताब्दी शुक्र है कि कुछ यत्न कर लगी है। तो ਜਿਹੜੇ ਜਿਹੜੇ ਉਹ प्रोग्राम उलीक रहे हैं, मैं कलगीਆਂ वाले ने जो बख्शिशां कीतियां हैं उन्हां अनुसार चल के गुरु का अमृत छक के सानू भी अपनी टुटी हुई सुरत, टुटी हुई लेव, टुटी हुई प्रीत, टुटी हुई सरदा, तो टुटी हुई गुरु की बख्शिश मुड़ सानू कृपा करके कढ़ा लैनी चाहिए है। जिस करके कलगीਆਂ वाला सच्चे पातशाह सानू भी अंतरों सचखंड विच लिजावे ताकि 84 के गेड़े विच ना भटकीए, साडे वास्ते बैकुंठ के दरवाजे बंद ना होण। फिर सतगुरु सच्चे पातशाह साडे ते मेहरां करनगे।